हेलो स्टूडेंट्स, वेलकम टू एसवी अकेडमी रावला ऑनलाइन क्लासेस। ਅੱਜ मैं क्लास 11th ਵਿੱਚ ਸਬਜੈਕਟ ਪੰਜਾਬੀ ਦਾ ਇੱਕ ਪੱਤਰ ਕਰਵਾਉਣ ਜਾ ਰਹੀ ਹਾਂ। ਇਹ ਪੱਤਰ ਆਪਾਂ ਆਪਣੇ ਪਿਤਾ ਜੀ ਨੂੰ ਲਿਖਣਾ ਹੈ, ਜਿਸ ਵਿੱਚ 10ਵੀਂ ਉਪਰੰਤ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਸ ਬਾਰੇ ਲਿਖਣਾ ਹੈ। 10ਵੀਂ ਪਾਸ ਕਰ ਲਈ ਹੈ, ਅੱਗੇ ਕੀ ਕਰਨਾ ਹੈ ਇਸ ਬਾਰੇ ਲਿਖਣਾ ਹੈ। ਇਸ ਪੱਤਰ ਵਿੱਚ ਤੁਸੀਂ ਆਪਣੇ ਅਕੋਰਡਿੰਗ ਆਪਣਾ ਪੱਤਰ ਲਿਖ ਸਕਦੇ ਹੋ, ਪਰ ਇਸ ਵਿੱਚ ਤਾਂ ਅੱਗੇ ਪੜ੍ਹਾਈ ਲਿਖਾਈ ਬਾਰੇ ਦੱਸਿਆ ਵੀ ਮੈਂ ਪੜ੍ਹਨਾ ਚਾਹੁੰਦਾ, ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦਾ, ਪੰਜਾਬੀ ਵਿੱਚ ਐਮਏ ਕਰਨਾ ਚਾਹੁੰਦਾ, ਮੈਨੂੰ ਬਹੁਤ ਇੰਟਰਸਟ ਹੈ ਪੰਜਾਬੀ 'ਚ। ਔਰ ਤੁਸੀਂ ਮੈਨੂੰ ਉਮੀਦ ਹੈ ਕਿ ਮੇਰਾ ਜੋ ਇੰਟਰਸਟ ਪੂਰਾ ਕਰੋਗੇ। ਔਰ ਮੈਂ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦਾ ਹਾਂ। ਮੈਨੂੰ ਨਾਵਲ ਲਿਖਣ ਦਾ ਸ਼ੌਂਕ ਹੈ, ਨਾਵਲ ਪੜ੍ਹਨ ਦਾ ਸ਼ੌਂਕ ਹੈ। ਇਸ ਵਿੱਚ ਸ਼ਾਰਟ ਵਿੱਚ ਦੱਸ ਰਹੀ ਹਾਂ, ਆਹ ਕੁਛ ਲਿਖਿਆ ਹੋਇਆ ਹੈ। ਮੈਂ ਤੁਹਾਨੂੰ ਪੱਤਰ ਪੜ੍ਹਾਉਂਗੀ। ਪੱਤਰ ਤੁਸੀਂ ਪੜ੍ਹਨਾ ਹੈ, ਸਮਝਣਾ ਹੈ, ਇਹਨੂੰ ਆਪਣੀ ਨੋਟਬੁੱਕ 'ਚ ਲਿਖਣਾ ਵੀ ਹੈ। ਪਰ ਜਿਸ ਤਰ੍ਹਾਂ ਬਹੁਤ ਵੱਡਾ ਦੇ ਰੱਖਿਆ, ਕੁਛ ਤੁਸੀਂ ਕੱਟ ਸਕਦੇ ਹੋ ਇਸਨੂੰ, ਪਰ ਲਿਖਣਾ ਜ਼ਰੂਰ ਹੈ ਆਪਣੀ ਨੋਟਬੁੱਕ 'ਚ। ਹੁਣ ਆਪ ਪੱਤਰ ਪੜ੍ਹਨਾ ਸ਼ੁਰੂ ਕਰਾਂਗੇ। ਦੇਖੋ, ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖੋ ਜਿਸ ਵਿੱਚ ਇਹ ਦੱਸਿਆ ਹੋਵੇ ਕਿ 10ਵੀਂ ਪਾਸ ਕਰਨ ਉਪਰੰਤ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ। ਆਪਾਂ ਨੂੰ ਪਤਾ ਹੋਣਾ ਚਾਹੀਦਾ। ਆਪਣੀ ਵੀ ਕੋਈ ਸਕੀਮ ਹੁੰਦੀ ਹੈ ਨਾ, ਮੈਂ ਅੱਗੇ ਕੀ ਪੜ੍ਹਨਾ ਹੈ, ਕੀ ਸਬਜੈਕਟ ਲੈਣਾ। ਹੁਣ ਆਪਾਂ ਆਪਣੇ ਪਾਪਾ ਨੂੰ ਦੱਸਣਾ ਹੈ। ਪ੍ਰੀਖਿਆ ਭਵਨ ਕੇਂਦਰ, ਊੜਾ ਐੜਾ ਈੜੀ ਲਿਖਿਆ, ਡੇਟ ਲਿਖੀ ਹੈ। ਪ੍ਰੀਖਿਆ ਭਵਨ ਇੱਥੇ ਜੋ ਆਪਣੇ ਗੰਗਾ ਨਗਰ, ਰਾਵਲਾ, ਜੋ ਵੀ ਲਿਖਣਾ ਲਿਖ ਸਕਦੇ ਹਾਂ। ਅੱਗੇ ਡੇਟ ਲਿਖਣੀ ਹੈ ਇੱਥੇ। ਫਿਰ ਲਿਖਣਾ ਸਤਿਕਾਰਯੋਗ ਪਿਤਾ ਜੀਓ, ਤੁਸੀਂ ਇਹ ਪੜ੍ਹ ਕੇ ਖੁਸ਼ ਹੋਵੋਗੇ ਕਿ ਮੇਰੇ ਪਰਚੇ ਯਾਨੀ ਪੇਪਰ ਬਹੁਤ ਚੰਗੇ ਹੋ ਰਹੇ ਹਨ। ਭਾਵੇਂ ਇੱਕ ਦੋ ਪਰਚੇ ਮੁਸ਼ਕਿਲ ਆਏ ਹਨ, ਪਰ ਮੇਰੀ ਪੂਰੀ ਤਿਆਰੀ ਹੋਣ ਕਰਕੇ ਮੈਨੂੰ ਉਹ ਵੀ ਆਸਾਨ ਲੱਗੇ। ਮੈਨੂੰ ਪੂਰੀ ਆਸ ਹੈ ਕਿ ਮੇਰੀ ਮਿਹਨਤ ਮੈਨੂੰ ਫਲ ਦੇ ਕੇ ਰਹੇਗੀ। ਯਾਨੀ ਪੇਪਰ ਹੋ ਗਏ ਹੈ। ਪੇਪਰ ਕਿਵੇਂ ਹੋਏ ਹੈ ਪਹਿਲੇ ਤਾਂ ਦੱਸਿਆ। ਦੇਖੋ, ਪੇਪਰ ਯਾਨੀ ਪਰਚੇ। ਹੁਣ ਅੱਗੇ ਪੜ੍ਹਦੇ ਹਾਂ ਆਪਾਂ। 10ਵੀਂ ਪਾਸ ਕਰਨ ਦੇ ਬਾਅਦ ਮੈਂ ਐਮਏ ਪੰਜਾਬੀ ਦੀ ਪੜ੍ਹਨਾ ਚਾਹੁੰਦਾ ਹਾਂ। ਪੰਜਾਬੀ ਲਿਖਣ ਪੜ੍ਹਨ ਦੀ ਮੇਰੀ ਰੁਚੀ ਦਾ ਮੈਨੂੰ ਪਤਾ ਹੀ ਹੈ। ਮੈਂ ਭਾਈ ਵੀਰ ਸਿੰਘ, ਸਰਦਾਰ ਨਾਨਕ ਸਿੰਘ, ਸਰਦਾਰਨੀ ਅੰਮ੍ਰਿਤਾ ਪ੍ਰੀਤਮ, ਸਰਦਾਰ ਮੋਹਨ ਸਿੰਘ ਮਾਹਰ, ਸਰਦਾਰ ਕਰਤਾਰ ਸਿੰਘ ਦੁੱਗਲ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਚੁੱਕਿਆ ਹਾਂ। ਯਾਨੀ ਆਹ ਭਾਈ ਵੀਰ ਸਿੰਘ ਕੌਣ ਸੀ, ਕੌਣ ਹੈ? ਕਵੀ ਹੈ ਨਾ ਇੱਕ। ਨਾਨਕ ਸਿੰਘ ਵੀ ਕਵੀ ਹੈ, ਅੰਮ੍ਰਿਤਾ ਪ੍ਰੀਤਮ ਵੀ ਕਵਿੱਤਰੀ ਹੈ, ਮੋਹਨ ਸਿੰਘ ਮਾਹਰ ਇਹ ਵੀ ਕਵੀ ਹੈ, ਕਰਤਾਰ ਸਿੰਘ ਦੁੱਗਲ ਅਤੇ ਸੰਤ ਸਿੰਘ ਸੇਖੋਂ ਕਹਾਣੀਕਾਰ ਵੀ ਹੈ। ਇਹ ਕਵਿਤਾਵਾਂ ਵੀ ਲਿਖਦੇ, ਕਹਾਣੀਕਾਰ ਵੀ ਹਨ। ਇਹਨਾਂ ਦੀਆਂ ਸਾਰੀਆਂ ਕਿਤਾਬਾਂ ਕਹਿੰਦਾ ਮੈਂ ਪੜ੍ਹ ਚੁੱਕਿਆ ਹਾਂ। ਮੈਂ ਆਪ ਵੀ ਕਵਿਤਾਵਾਂ ਅਤੇ ਕਹਾਣੀਆਂ ਲਿਖਦਾ ਹਾਂ। ਮੇਰੀਆਂ ਕਵਿਤਾਵਾਂ ਅਤੇ ਕਹਾਣੀਆਂ ਬੱਚਿਆਂ ਦੇ ਰਸਾਲਿਆਂ ਵਿੱਚ ਛਪਦੀਆਂ ਹਨ। ਦੇਖੋ, ਆਪਣੀ ਇੰਟਰਸਟਿੰਗ ਚੀਜ਼ ਦੱਸ ਰਿਹਾ ਆਪਣੇ ਜੀਵਨ ਵਿੱਚ। ਆਪਣੇ ਪਾਪਾ ਨੂੰ ਦੱਸ ਰਿਹਾ ਵੀ ਮੈਂ ਇੰਝ ਕਰਦਾ ਤਾਂ ਮੈਨੂੰ ਇਸ ਲਾਈਨ ਵਿੱਚ ਹੀ ਜਾਣਾ ਹੈ। ਮੈਂ ਕਈ ਵਾਰ ਰੇਡੀਓ ਸਟੇਸ਼ਨ ਜਲੰਧਰ ਵਾਲਿਆਂ ਨੂੰ ਬੱਚਿਆਂ ਦੇ ਪ੍ਰੋਗਰਾਮ ਲਈ ਆਪਣੀਆਂ ਕਹਾਣੀਆਂ ਲਿਖ ਕੇ ਭੇਜੀਆਂ ਅਤੇ ਉਹ ਸਵੀਕਾਰ ਹੋਈਆਂ। ਇਸ ਸੰਬੰਧੀ ਮੇਰਾ ਹੌਸਲਾ ਬਹੁਤ ਵੱਧ ਚੁੱਕਿਆ ਹੈ। ਮੇਰਾ ਮਨ ਕਹਿੰਦਾ ਹੈ ਕਿ ਮੈਂ ਇੱਕ ਦਿਨ ਮੈਂ ਵੀ ਉੱਚ ਕੋਟੀ ਦਾ ਸਾਹਿਤਕਾਰ ਬਣਾਂਗਾ। ਤੁਹਾਨੂੰ ਪਤਾ ਹੈ ਕਿ ਮੇਰੇ ਮਨਪਸੰਦ ਲੇਖਕਾਂ ਵਿੱਚੋਂ ਕਈਆਂ ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ ਹੈ, ਇਨਾਮ ਮਿਲਿਆ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਸ਼ੁਭ ਘੜੀ ਆ ਕੇ ਰਹੇਗੀ ਅਤੇ ਮੇਰੀਆਂ ਸਾਹਿਤਕ ਸੇਵਾਵਾਂ ਸਦਕਾ ਮੈਨੂੰ ਵੀ ਅਜਿਹਾ ਸਨਮਾਨ ਮਿਲੇਗਾ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਸ਼ੁਭ ਘੜੀ ਆ ਕੇ ਰਹੇਗੀ ਜਦੋਂ ਮੇਰੀਆਂ ਸਾਹਿਤਕ ਸੇਵਾਵਾਂ ਸਦਕਾ ਮੈਨੂੰ ਵੀ ਅਜਿਹਾ ਸਨਮਾਨ ਮਿਲੇਗਾ। 10ਵੀਂ ਦੇ ਇਮਤਿਹਾਨਾਂ ਤੋਂ ਵਿਹਲਾ ਹੋ ਕੇ ਮੈਂ ਗਿਆਨੀ ਦੀ ਤਿਆਰੀ ਸ਼ੁਰੂ ਕਰ ਦਿਆਂਗਾ। ਗਿਆਨੀ ਪੰਜਾਬੀ 'ਚ ਹੁੰਦੀ ਹੈ ਗਿਆਨੀ। ਅਤੇ ਇਸੇ ਸਾਲ ਸਤੰਬਰ ਵਿੱਚ ਇਸ ਪ੍ਰੀਖਿਆ ਵਿੱਚ ਬੈਠ ਜਾਵਾਂਗਾ। ਇਸ ਵਿੱਚ ਸ਼ੱਕ ਨਹੀਂ ਕਿ ਮੇਰੀ ਕਾਲਜ ਦੀ ਪੜ੍ਹਾਈ ਯਾਨੀ +1+1 ਨੂੰ 2 ਮਹੀਨੇ ਅਗਸਤ ਸਤੰਬਰ ਤੱਕ ਜ਼ਰੂਰ ਲੱਗੇਗਾ। ਪਰ ਕੋਈ ਗੱਲ ਨਹੀਂ, ਮੈਂ ਸਰਦੀਆਂ ਵਿੱਚ ਦਿਨ ਰਾਤ ਇੱਕ ਕਰਕੇ ਇਹ ਕਸਰ
पूरी कर लवांगा। पहले कहंदा मैं ज्ञानी का पेपर देना है, फिर अगे +1 करनी है। 10th तो बाद ज्ञानी हो जाती, पंजाबी विच हुंदी है। मैं BA पंजाबी आनर्स नाल पास करके MA पंजाबी विच चंगे नंबर लैके पास होवांगा। इस पढ़ाई दे नाल नाल मैं कुछ दिन लिखता भी रहांगा, ਸਾਹਿਤ पढ़न का स्वाद भी मानता रहांगा। MA पास करन तो बाद मैनूं आस है कि मैं किसी कॉलेज विच प्रोफैसर लग जावांगा। कॉलेज विच एक अध्यापक नूं 3-4 घंटिਆਂ तो वध नहीं पढ़ाउणा पैंदा। मैं सारा दिन मैं अपना सारा वेला समा ਸਾਹਿਤਕ सेवा ਵੱਲ ਲਾ ਦਿਆਂਗਾ। ਮੇਰੇ ਦਿਲ ਵਿੱਚ ਸਾਹਿਤਕ सेवा ਦੇ बड़े बड़े प्रोग्राम ਹਨ, ਵੱਡੇ ਵੱਡੇ ਸੁਪਨੇ ਹਨ, ਜਿਹੜੇ ਜੇ ਪੂਰੇ ਹੋ ਗਏ ਤਾਂ ਮੇਰੇ ਮਨ ਨੂੰ ਇੱਕ ਅਦੁੱਤੀ ਖੁਸ਼ੀ ਨਸੀਬ ਹੋਵੇਗੀ। ਆਪਣੇ ਪਾਪਾ ਨੂੰ ਆਪਦੀ ਇੱਛਾ ਦੱਸਦੇ ਕਹਿੰਦਾ ਹੈ ਕਿ ਮੇਰੇ ਮਨ 'ਚ ਜੋ ਸੁਪਨੇ ਹੈ ਅਗਰ ਉਹ ਪੂਰੇ ਹੋ ਗਏ ਤਾਂ ਮੈਨੂੰ ਅਦੁੱਤੀ ਖੁਸ਼ੀ ਹੋਏਗੀ। ਪਿਤਾ ਜੀ ਸੱਚ ਜਾਣਨਾ, जद भी मैं कोई कहानी ਜਾਂ ਨਾਵਲ ਆਦਿ ਪੜ੍ਹਦਾ ਹਾਂ ਜਾਂ ਕੁਛ ਲਿਖਦਾ ਹਾਂ ਤਾਂ ਮੈਨੂੰ ਇੱਕ ਸਰੂਰ ਜਿਹਾ ਆ ਜਾਂਦਾ, ਯਾਨੀ ਆਨੰਦ ਆਉਂਦਾ। ਮੈਂ ਇੱਕ ਨਸ਼ੇ ਵਿੱਚ ਗੜੂੰਦ ਹੋ ਜਾਂਦਾ ਹਾਂ ਅਤੇ ਮੈਂ ਸਵਾਦ ਹੋ ਜਾਂਦਾ, ਯਾਨੀ ਮੈਨੂੰ ਆਨੰਦ ਆਉਣ ਲੱਗ ਜਾਂਦਾ, ਨਸ਼ਾ ਹੋ ਜਾਂਦਾ ਇੱਕ ਤਰ੍ਹਾਂ ਦਾ। ਅਜਿਹੀ ਹਾਲਤ ਵਿੱਚ ਨਾ ਮੈਨੂੰ ਕੁਝ ਖਾਣਾ ਸੁੱਝਦਾ ਹੈ ਨਾ ਪੀਣਾ। ਮੈਂ ਕਈ ਘੰਟੇ ਲਗਾਤਾਰ ਪੜ੍ਹਦਾ ਰਹਿੰਦਾ ਹਾਂ, ਕਈ ਘੰਟੇ ਲਗਾਤਾਰ ਲਿਖਦਾ ਰਹਿੰਦਾ ਹਾਂ। ਥਕਾਵਟ ਮੇਰੇ ਨੇੜੇ ਨਹੀਂ ਟੁਕਦੀ। मैं किन्ना चीर कुर्सी तो हिलदा नहीं, मेरे अंग अंबदे यानी थकदे नहीं। कहंदा मेरे अंग भी नहीं थकदे, मैं थकदा नहीं, लगातार बहुत टाइम बह के पढ़ लैना। प्यारे पिता जी, यकीन जानना मैं कई बार 400-500 सफ़ियां दे नावल नूं एक बैठक विच मुकाया, यानी इक्को वारी पूरा कीता है। कविता दी किताब दा तां मैं सदा ही एक बैठक विच भोग पाउंदा हाँ, यानी ਇੱਕੋ ਵਾਰੀ ਭੋਗ ਪਾਉਣਾ, यानी ਇੱਕੋ ਵਾਰੀ ਪੜ੍ਹ ਕੇ ਉੱਠਦਾ। ਮੈਂ ਮੁੱਕਦੀ ਗੱਲ ਇਹ ਹੈ ਕਿ ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ, ਕਿਉਂਕਿ ਇੱਕ ਤਾਂ ਮੈਂ ਸਾਹਿਤ ਰਸੀਆਂ ਹਾਂ, ਦੂਜੇ ਪਾਸੇ ਮੈਂ ਸਾਹਿਤ ਰਚਨਾ ਚਾਹੁੰਦਾ ਹਾਂ, ਤੀਜੇ ਮੈਂ ਅਨਪੜ੍ਹ ਜਨਤਾ ਨੂੰ ਪੜ੍ਹਾ ਕੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਯੋਗ ਅਗਵਾਈ ਦੇ ਕੇ ਰੋਜੀ ਦੇ ਨਾਲ ਪੁੰਨ ਵੀ ਖੱਟਣ ਦਾ ਚਾਹਵਾਨ ਹਾਂ। ਆਸ ਹੈ ਕਿ ਤੁਸੀਂ ਮੇਰੀਆਂ ਸਾਰੀਆਂ ਆਸ਼ਾਵਾਂ ਉੱਤੇ ਪਾਣੀ ਨਹੀਂ ਫੇਰੋਗੇ। ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਤੁਹਾਨੂੰ ਮਾਇਕ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਹੋਰ ਕੋਈ ਰਾਹ ਵੀ ਨਹੀਂ। ਕੁਝ ਖਰਚ ਕਰਕੇ ਹੀ ਕੁਝ ਮਿਲਦਾ ਹੈ, ਕੁਝ ਗਵਾ ਕੇ ਹੀ ਕੁਝ ਬਣਦਾ ਹੈ। ਮਾਪੇ ਆਪਣੇ ਜਾਇਆਂ ਖਾਤਰ ਪੇਟ ਕੱਟਦੇ ਆਏ ਹਨ ਅਤੇ ਤੁਹਾਨੂੰ ਵੀ ਇੰਝ ਹੀ ਕਰਨਾ ਪਏਗਾ। ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਘੱਟ ਤੋਂ ਘੱਟ ਖਰਚ ਕਰਾਂ, ਇੱਕ ਅੱਧ ਲੜਕੇ ਨੂੰ ਪੜ੍ਹਾ ਕੇ ਤੁਹਾਡਾ ਬੋਝ ਘਟਾਵਾਂ। ਪਰਮਾਤਮਾ ਨੇ ਹਿੰਮਤ ਬਖਸ਼ੀ ਤਾਂ ਆਪਣੇ ਪੂਜਨਿਕ ਪਿਤਾ ਜੀ ਅਤੇ ਮਾਤਾ ਜੀ ਅਤੇ ਪਿਤਾ ਜੀ ਨੂੰ ਬੁੱਢੀ ਉਮਰੇ ਜਰਾ ਵੀ ਤਕਲੀਫ ਨਹੀਂ ਦਿਆਂਗਾ। ਤਨੋ ਮਨੋ ਤਨੋ ਸੇਵਾ ਕਰਾਂਗਾ। ਮਾਤਾ ਜੀ ਆਦਰ ਸਹਿਤ ਨਮਸਕਾਰ ਅਤੇ ਭੈਣ ਸ਼ਾਨੋ ਨੂੰ ਪਿਆਰ। ਤੁਹਾਡਾ ਸਪੁੱਤਰ ਰੋਲ ਨੰਬਰ ਲਿਖ ਦੇਣਾ। ਇਸ ਤਰ੍ਹਾਂ ਇਹ ਪੱਤਰ ਤੁਹਾਨੂੰ ਮੈਂ ਕਰਵਾਇਆ ਹੈ। ਇਹ ਪੱਤਰ ਤੁਸੀਂ ਆਪਣੀ ਨੋਟਬੁੱਕ 'ਚ ਕਰਨਾ ਹੈ, ਲਿਖਣਾ ਹੈ, ਪੜ੍ਹਨਾ ਹੈ, ਯਾਦ ਵੀ ਕਰਨਾ ਹੈ। ਹੁਣ ਅੱਗੋਂ ਤੁਹਾਨੂੰ ਮੈਂ ਬਹੁਅਰਥਕ ਸ਼ਬਦ ਕੁਝ ਕਰਵਾਉਂਗੀ, ਉਹ ਵੀ ਤੁਸੀਂ ਆਪਣੇ ਯਾਦ ਕਰਨੇ ਅਤੇ ਲਿਖਣੇ ਹੈ। ਪਹਿਲਾਂ ਆਪਾਂ 10 ਬਹੁਅਰਥਕ ਸ਼ਬਦ ਕੀਤੇ ਸੀ, ਹੁਣ ਅੱਗੋਂ 11ਵਾਂ ਕਰਾਂਗੇ। ਬਹੁਅਰਥਕ ਸ਼ਬਦ ਕਰਨੇ ਹੈ। ਬਹੁਅਰਥਕ ਸ਼ਬਦ ਦਾ ਕੀ ਅਰਥ ਹੁੰਦਾ ਤੁਹਾਨੂੰ ਦੱਸਿਆ ਹੀ ਹੋਇਆ। ਪਹਿਲਾਂ ਖੱਟੀ, ਇੱਥੇ ਕੱਚੇ ਦਾ ਕੀਤਾ ਹੈ। ਖੱਟੀ ਇੱਕ ਬੂਟਾ ਹੁੰਦਾ ਹੈ। ਸਕੂਲ ਦੀਆਂ ਕੁੜੀਆਂ ਇਸ ਖੱਟੀ 'ਤੇ ਚੜ੍ਹੀਆਂ ਰਹਿੰਦੀਆਂ ਹਨ। ਖੱਟੀ ਕਮਾਈ, ਭੈੜਿਆਂ ਦੀ ਖੱਟੀ 'ਤੇ ਗਏ ਕੁੱਤੇ ਖਾ। ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਉਹ ਬਹੁਤ ਖੱਟੀ ਖੱਟਦਾ ਹੈ। ਖੱਟੀ ਪੀਲੇ ਰੰਗ ਦੀ, ਇਸ ਦੀ ਪਗੜੀ, ਇਸ ਦੀ ਖੱਟੀ ਪਗੜੀ ਕਿੰਨੀ ਸੋਹਣੀ ਹੈ। ਖੱਟੀ ਖਟਾਸ ਵਾਲੀ, ਇਹ ਦਹੀਂ ਬੜੀ ਖੱਟੀ ਹੈ। ਅਗਲਾ ਖਾਤਰ, ਫਸਟ ਨੰਬਰ 'ਤੇ ਖਾਤਰ, 12 ਨੰਬਰ 'ਤੇ ਖਾਤਰ। ਆਓ ਭਗਤ, ਅਸੀਂ ਮਹਿਮਾਨਾਂ ਦੀ ਖੂਬ ਖਾਤਰ ਕੀਤੀ। ਖਾਤਰ ਮਾਰ ਕੁੱਟਣਾ, ਪੁਲਿਸ ਨੇ ਚੋਰ ਦੀ ਇੰਨੀ ਖਾਤਰ ਕੀਤੀ ਕਿ ਉਹ ਸਭ ਕੁਝ ਬਕ ਗਿਆ। ਖਾਤਰ ਵਾਸਤੇ, ਮੈਂ ਤੁਹਾਡੀ ਖਾਤਰ ਇੱਥੇ ਟਿਕਿਆ ਹਾਂ। ਦੇਖੋ 3 ਹੈ, ਕੋਈ 2 ਵੀ ਯਾਦ ਕਰ ਲਓਗੇ ਤਾਂ ਵੀ ਵਧੀਆ।
ਗੋਲਾ, ਤੋਪ ਦਾ ਗੋਲਾ। ਤੋਪ ਦਾ ਇੱਕ ਗੋਲਾ ਵੀ ਬੜੀ ਤਬਾਹੀ ਕਰ ਦਿੰਦਾ ਹੈ। ਗੋਲਾ, ਆਤਿਸ਼ਬਾਜ਼ੀ ਦਾ ਗੋਲਾ। ਦੁਸ਼ਹਿਰੇ 'ਤੇ ਇੱਕ ਗੋਲਾ ਸੁਖਬੀਰ ਨੇ ਵੀ ਚਲਾ ਦਿੱਤਾ। ਗੋਲਾ ਅਤੇ ਮੇਰੇ ਤਾਸ਼ ਵਿੱਚ ਪੱਤਿਆਂ ਵਿੱਚ ਤਾਸ਼ ਦਾ ਚਿੜੀਏ ਦਾ ਗੋਲਾ ਵੀ ਹੈ। ਗੋਲਾ, ਰਜਿੰਦਰ ਦੇ ਪੇਟ ਵਿੱਚ ਗੋਲਾ ਫਿਰਦਾ ਹੈ। ਗੋਲਾ, ਧਾਗੇ ਦਾ ਗੋਲਾ। ਉਸਨੇ ਪੀਲੇ ਰੰਗ ਦਾ ਧਾਗੇ ਦਾ ਗੋਲਾ ਖਰੀਦਿਆ। ਗੋਲਾ, ਲੋਹੇ ਦਾ ਗੋਲਾ। ਹਰ ਰੋਜ਼ ਲੋਹੇ ਦਾ ਗੋਲਾ ਸੁੱਟਣ ਵਾਲੇ ਨਾਲ ਡੋਲੇ ਤਾਕਤਵਰ ਹੋ ਜਾਂਦੇ ਹਨ। ਗੋਲਾ, ਗੁਲਾਮ। ਹੁਣ ਗੋਲਾ ਬਣਾਉਣ ਦਾ ਰਿਵਾਜ ਘੱਟ ਗਿਆ ਹੈ। ਜਿੱਥੋਂ ਤੱਕ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਪਹਿਲੇ, ਉਹਨੇ ਤੁਸੀਂ ਲਿਖਣੇ ਨਹੀਂ ਹੈ, ਅੱਗੋਂ ਲਿਖਣੇ ਹੈ, ਯਾਦ ਕਰਨੇ ਹੈ। ਮੈਨੂੰ ਲੱਗਦਾ ਪਹਿਲੇ ਮੈਂ ਤੁਹਾਨੂੰ 15 ਤੱਕ ਕਰਵਾ ਚੁੱਕੀ ਹਾਂ। ਹੁਣ ਅੱਗੋਂ 16, 17, 18, 19, 20 ਤੱਕ ਤੁਸੀਂ ਲਿਖੋਗੇ। ਘੜੀ, ਮੇਰੀ ਘੜੀ ਠੀਕ ਵਕਤ ਦਿੰਦੀ ਹੈ। ਘੜੀ ਵਿੱਚ ਠੰਡਾ ਪਾਣੀ ਲਿਆਓ ਸੱਜਰ ਹੁੰਦੀ ਹੈ। ਘੜੀ 60 ਪਲਾਂ ਦੀ ਘੜੀ ਹੁੰਦੀ ਹੈ। ਘੜੀ, ਮੋਹਨ ਕਿਹੜੀ ਘੜੀ ਆਏਗਾ। ਘੜੀ, ਤਰਖਾਣ ਨੇ ਕੱਲ੍ਹ ਬੱਚੇ ਲਈ ਗੁੱਲੀ ਘੜੀ। ਘੜੀ, ਤੁਸੀਂ ਘੜੀ ਮੈਨੂੰ ਤੰਗ ਨਾ ਕਰੋ। ਚੱਕ, ਇਹ ਚੱਕੀ ਨਹੀਂ, ਇਹ ਤਾਂ ਚੱਕ ਹੈ, ਵੱਡੀ ਚੱਕੀ ਹੁੰਦੀ ਹੈ ਨਾ, ਉਹਨੂੰ ਬੋਲਦੇ ਹੈ ਚੱਕ ਹੀ ਘੁਮਿਆਰ ਦੀ ਦੌਲਤ ਹੈ। ਚੱਕ, ਅਸੀਂ ਲਾਇਲਪੁਰ ਵਿੱਚ ਚੱਕ ਨੰਬਰ 37 ਵਿੱਚ ਰਹਿੰਦੇ ਹਾਂ। ਚੱਕ, ਅੱਜ ਕਾਕੇ ਨੇ ਸਤਿੰਦਰ ਨੂੰ ਚੱਕ ਮਾਰਿਆ। ਇਹ ਪਹਿਲਾਂ ਕਰਵਾਏ ਹੋਏ ਆ 15 ਤੱਕ। ਹੁਣ ਅੱਗੋਂ 16 ਤੋਂ ਤੁਸੀਂ ਆਪਣੀ ਨੋਟਬੁੱਕ 'ਚ ਲਿਖਣੇ ਹੈ, ਲਰਨ ਵੀ ਕਰਨਾ ਇਹਨਾਂ ਨੂੰ। ਪਹਿਲੇ ਵਾਲਿਆਂ ਨੂੰ ਮੈਨੂੰ ਉਮੀਦ ਹੈ ਤੁਸੀਂ ਲਰਨ ਕੀਤੇ ਹੀ ਹੋਣੇ ਹੈ, ਨਹੀਂ ਕੀਤੇ ਤਾਂ ਦੁਬਾਰਾ 15 ਤੱਕ ਸਾਰੇ 20 ਤੱਕ ਤੁਸੀਂ ਆਪਣੇ ਯਾਦ ਵੀ ਕਰਨੇ ਹੈ। 1 ਤੋਂ ਲੈ ਕੇ 20 ਤੱਕ ਯਾਦ ਵੀ ਕਰਨੇ। ਚੱਪਾ, 4 ਉਂਗਲਾਂ ਨੂੰ ਚੱਪਾ ਕਿਹਾ ਜਾਂਦਾ, 4 ਉਂਗਲਾਂ ਦਾ। ਠੀਕ ਹੈ। ਸੈਕਿੰਡ ਨੰਬਰ 'ਤੇ ਹੈ ਪਿੰਡ ਵਿੱਚ ਚੱਪਾ ਧਰਤੀ ਪਿੱਛੇ ਸਿਰ ਫੱਟ ਜਾਂਦੇ ਹਨ। ਚੱਪਾ ਯਾਨੀ ਥੋੜ੍ਹੀ ਜਿਹੀ। ਚੱਪਾ, ਚੇਤੂ ਦਾ ਚੱਪਾ ਬਲਦ ਜਰਾ ਬਿਮਾਰ ਹੈ, ਛੋਟੇ ਸਿੰਗਾਂ ਵਾਲਾ। ਚੱਪਾ ਛੋਟੇ ਸਿੰਗਾਂ ਵਾਲਾ। ਚੱਪਾ, ਬੇੜੀ ਦਾ ਚੱਪਾ। ਚੱਪਾ ਬੇੜੀ ਦਾ ਇੱਕ ਜ਼ਰੂਰੀ ਅੰਗ ਹੈ। ਚੱਪਾ, ਚੌਥਾ ਹਿੱਸਾ। ਕਾਕੇ ਨੂੰ ਚੱਪਾ ਕੁ ਰੋਟੀ ਦਿਓ। ਛਾਪਾ, ਹਰ ਪੁਸਤਕ ਦਾ ਛਾਪਾ ਵਧੀਆ ਹੋਣਾ ਚਾਹੀਦਾ ਹੈ, ਛਪਾਈ। ਛਾਪਾ, ਠੱਪਾ, ਇਹਨਾਂ ਚਾਦਰਾਂ 'ਤੇ ਛਾਪਾ ਸੋਹਣਾ ਠੁੱਕਿਆ ਹੈ। ਚਾਦਰਾਂ 'ਤੇ ਛਪਾਈ ਕਰਕੇ ਫਿਰ ਉਹਨਾਂ 'ਤੇ ਕਢਾਈ ਪੇਂਟਿੰਗ ਵਗੈਰਾ ਕਰਦੇ ਆ, ਤੁਹਾਨੂੰ ਪਤਾ ਹੀ ਹੈ। ਛਾਪਾ, ਕੰਡਿਆਂ ਵਾਲੀ ਟਾਹਣੀ। ਜੱਟ ਨੇ ਛਾਪਾ ਰੱਖ ਕੇ ਪਗਡੰਡੀ ਬੰਦ ਕਰ ਦਿੱਤੀ। ਕੰਡਿਆਂ ਵਾਲੀ ਟਾਹਣੀ ਰੱਖ ਕੇ ਖੇਤ ਦੀ ਪਗਡੰਡੀ ਬੰਦ ਕਰਦੇ ਆ ਨਾ, ਆਸੇ ਪਾਸੇ ਖੇਤ ਦੇ ਵਾੜ ਲਾਉਂਦੇ ਛਾਪਿਆਂ ਦੀ। ਪੁਲਿਸ ਨੇ ਜਵਾਰਿਆਂ ਦੀ ਜੁੰਡਲੀ 'ਤੇ ਛਾਪਾ ਮਾਰਿਆ। ਚੋਰੀ ਛੁਪੇ ਧਾਵਾ ਬੋਲਣਾ ਛਾਪਾ। ਪੁਲਿਸ ਨੇ ਜਵਾਰਿਆਂ ਦੀ ਜੁੰਡਲੀ ਯਾਨੀ ਚੋਟੋਲੀ 'ਤੇ। ਝੜ, ਬੱਦਲ। ਝੜ ਕਾਰਨ ਧੁੱਪ ਨਹੀਂ ਨਿਕਲੀ। ਝੜ ਦੇਣਾ, ਕੋਈ ਦਿਲ ਵਾਲਾ ਹੀ ਇੱਥੋਂ ਝੜ ਸਕਦਾ ਹੈ। ਝੜ, ਝੜਨਾ, ਪੱਤਝੜ ਵਿੱਚ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। ਅਗਲਾ ਟਿੱਕੀ, ਸਿਆਹੀ ਦੀ ਟਿੱਕੀ। ਇਸ ਦੁਆਤ ਵਿੱਚ ਸਿਆਹੀ ਦੀ ਟਿੱਕੀ ਪਾਓ। ਟਿੱਕੀ, ਗੋਲੀ, ਬੱਚੇ ਨੂੰ ਇੱਕ ਟਿੱਕੀ ਦਿਓ। ਟਿੱਕੀ, ਗਾਚੀ, ਮੈਨੂੰ ਸਾਬਣ ਦੀ ਇੱਕ ਟਿੱਕੀ ਚਾਹੀਦੀ ਹੈ। ਟਿੱਕੀ, ਮਿਠਾਈ, ਤੇਲ ਦੀ ਤਲੀ ਹੋਈ ਇਸ ਟਿੱਕੀ ਨਾਲ ਮੇਰਾ ਗਲਾ ਪਕੜਿਆ ਗਿਆ। ਟਿੱਕੀ, ਟੁਕੜੀ, ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇਸ਼ਨਾਨ ਕਰੋ। ਟਿੱਕੀ, ਨਿੱਕੀ ਰੋਟੀ, ਬੱਚੇ ਲਈ ਇੱਕ ਟਿੱਕੀ ਪਕਾ ਦੇਣਾ। ਟਿੱਕੀ, ਟਿਕਣਾ, ਰਜਿੰਦਰ ਸਾਡੇ ਘਰ ਟਿੱਕੀ ਹੋਈ ਹੈ। ਟਿੱਕੀ, ਨਸ਼ਈ, ਉਹ ਅਫੀਮ ਨਾਲ ਟਿੱਕੀ ਹੋਇਆ ਫਿਰਦਾ ਹੈ, ਨਸ਼ਈ ਹੋਇਆ ਫਿਰਦਾ ਹੈ। ਇਸ ਤਰ੍ਹਾਂ ਇਸਦੇ ਤਾਂ 8 ਹਨ, ਤੁਸੀਂ ਕੋਈ 3 ਲਿਖ ਲੈਣੇ ਆਪਣੀ ਨੋਟਬੁੱਕ 'ਚ, ਲਰਨ ਵੀ 3 ਹੀ ਕਰਨੇ ਹੈ। ਡੋਲ, 20 ਨੰਬਰ 'ਤੇ ਹੈ ਡੋਲ, ਬਾਲਟੀ ਵਰਗਾ ਭਾਂਡਾ। ਇਸ ਡੋਲ ਵਿੱਚ 2 ਮਣ ਆਟਾ ਪੈ ਸਕਦਾ ਹੈ। ਡੋਲ, ਜ਼ਖਮ ਨੂੰ ਡੋਲ ਪੈਣੀ, ਡੋਲ ਪੈਣ ਕਰਕੇ ਮੇਰਾ ਜ਼ਖਮ ਦਰਦ ਕਰ ਰਿਹਾ ਹੈ। ਡੋਲ, ਘਾਬਰਨਾ, ਮੁਸੀਬਤ ਆਉਣ 'ਤੇ ਉਸਦਾ ਮਨ ਡੋਲ ਗਿਆ। ਇਸ ਤਰ੍ਹਾਂ ਤੁਸੀਂ ਇੱਥੋਂ ਤੱਕ 20 ਤੱਕ ਆਪਣੇ ਜੋ ਵਰਡ ਬਹੁਅਰਥਕ ਸ਼ਬਦ ਹੈ ਲਿਖਣੇ ਹੈ ਅਤੇ ਯਾਦ ਕਰਨੇ ਹੈ। ਇੱਕੋ ਪੱਤਰ ਕਰੋਗੇ ਆਪਣਾ, ਜੋ ਪਿਤਾ ਜੀ ਨੂੰ 10ਵੀਂ ਦੇ ਇਮਤਿਹਾਨ ਬਾਰੇ ਦੱਸਣਾ ਹੈ।
ਇਮਤਿਹਾਨ ਤੋਂ ਬਾਅਦ ਕੀ ਕਰਨਾ ਉਹ ਵੀ ਦੱਸਣਾ ਹੈ। ਇਸ ਤਰ੍ਹਾਂ ਆਪਾਂ ਅੱਗੋਂ ਵਰਕ ਅਗਲੀ ਵੀਡੀਓ 'ਚ ਕਰਾਂਗੇ। ਇੰਨਾ ਵਰਕ ਤੁਸੀਂ ਕਰ ਲੈਣਾ, ਲਰਨ ਵੀ ਕਰਨਾ ਹੈ। ਥੈਂਕ ਯੂ ਸਟੂਡੈਂਟਸ।